सदीव गनीब सुहावने राम नाम गृह माल। खेद न दुख न डान तेहे जाको नदर करी। नानक जो प्रभ भाणिया पूरी तिना परी। नानक जो प्रभ भाणिया पूरी तिना परी। वाहिगुरु जी का खालसा वाहिगुरु जी की फतेह। जुगो जुग अटल चवर तख्त दे मालक लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हन। आओ अमृत वेले की संभाल करते हुए साहिब श्री गुरु ग्रंथ साहिब महाराज जी की पवित्र हजूरी के अंदर हाजरियां भरते हुए मन बिरतियां नूं एकाग्र करते हुए साहिब श्री गुरु ग्रंथ साहिब महाराज जी के दर्शन दीदारे करते हुए साहिब श्री गुरु ग्रंथ साहिब महाराज जी नूं सीस झुकाउंदे हुए डंडौत वंदना करते हुए अरदासां बेनतियां करते हुए सारी संगत गज के फतेह बुलाउणा करिए जी। वाहिगुरु जी का खालसा वाहिगुरु जी की फतेह। साहिब श्री गुरु ग्रंथ साहिब महाराज जी की पवित्र बाणी गौड़ी 52 अखरी। महला पंजवा पंजवें पातशाह गुरु अर्जन देव महाराज जी के मुखार बिंद तो उचारण की हुई 52 अखरी। 253 अंग ते महाराज जी सलोक द्वारा समझा रहे हैं। खात खर्चत बिलसत रहे टूट ना जाहे भंडार। हर हर जपत अनेक जन नानक नाहे समार। धन गुरु अर्जन देव महाराज जी शहीदां दे सरताज बाणी दे बोहित बाणी द्वारा उपदेश बख्शिश कर रहे हैं। खात खर्चत बिलसत रहे भगत जन नाम रूपी भंडारे नूं आप जपण रूपी खात खांदे हन ਅਤੇ ਹੋਰਨਾਂ ਅਧਿਕਾਰੀਆਂ ਨੂੰ ਜਪਾਉਣ ਰੂਪੀ ਖਰਚਦੇ ਹਨ। ਆਮ ਖਾਸ ਲੋਕਾਂ ਤਾਈਂ ਬਿਲਸਤ ਰਹੇ ਵੰਡਦੇ ਰਹਿੰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਭਗਤ ਜਨਾਂ ਦੀ ਮਹਿਮਾ ਕਰਦੇ ਹਨ। ਖਾਤ ਖਰਚਤ ਬਿਲਸਤ ਰਹੇ ਟੂਟ ਨਾ ਜਾਹੇ ਭੰਡਾਰ। ਭਗਤ ਜਨ ਨਾਮ ਜਪਣ ਵਾਲੇ आप जपै अवरै नाम जपावै। ਜਿਹੜੇ ਆਪ ਜਪਦੇ ਹਨ ਹੋਰਨਾਂ ਤੋਂ ਪਰਮੇਸ਼ਰ ਦਾ ਨਾਮ ਜਪਾਉਂਦੇ ਹਨ ਉਹ ਭਗਤ ਜਨ ਨਾਮ ਰੂਪੀ ਭੰਡਾਰੇ ਨੂੰ ਆਪ ਜਪਣ ਰੂਪੀ ਖਾਂਦੇ ਹਨ ਤੇ ਹੋਰਨਾਂ ਅਧਿਕਾਰੀਆਂ ਨੂੰ ਜਪਾਉਣ ਰੂਪੀ ਖਰਚਦੇ ਹਨ। ਆਮ ਖਾਸ ਲੋਕਾਂ ਤਾਈਂ ਬਿਲਸਿਤ ਹੁੰਦਾ ਵੰਡਦੇ ਰਹਿੰਦੇ ਹਨ। ਨਾਮ ਜਪਣੇ ਤੇ ਜਪਾਉਣ ਵਿੱਚ ਬਿਲਾਸ ਕਰਦੇ ਹਨ। ਇਉਂ ਉਹਨਾਂ ਦਾ ਨਾਮ ਰੂਪੀ ਭੰਡਾਰਾ ਨਾਮ ਰੂਪੀ ਖਜ਼ਾਨਾ ਟੂਟ ਨਾ ਜਾਹੇ ਟੁੱਟ ਮੁੱਕ ਨਹੀਂ ਜਾਂਦਾ। ਭਾਵ ਖਜ਼ਾਨੇ ਵਿੱਚ ਤੋਟ ਨਹੀਂ ਆਉਂਦੀ। ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸਮਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਅਨੇਕ ਬੇਅੰਤ ਜਨ ਪੁਰਸ਼ ਪਿਆਰੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਕਿ ਜੋ ਅਨੇਕ ਬੇਅੰਤ ਪੁਰਸ਼ ਸਤਿਗੁਰੂ ਦੇ ਪਿਆਰੇ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਨਾਨਕ ਨਾਹੇ ਸਮਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੀ ਕੋਈ ਸਮਾਰ ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਕਿ ਨਾਮ ਜਪਣ ਵਾਲੇ ਕਿੰਨੇ ਕੁ ਹਨ ਉਹਨਾਂ ਨਾਮ ਜਪਣ ਵਾਲਿਆਂ ਦੀ ਕੋਈ ਗਿਣਤੀ ਨਹੀਂ। ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸਮਾਰ। ਕਿ ਜਿਹੜੇ ਭਗਤ ਜਨ
ਨਾਮ ਰੂਪੀ ਭੰਡਾਰੇ ਨੂੰ ਆਪ ਜਾਪਣ ਰੂਪੀ ਖਾਂਦੇ ਹਨ ਤੇ ਹੋਰਨਾਂ ਨੂੰ ਨਾਮ ਜਪਾਉਣ ਰੂਪੀ ਖਰਚਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਅਨੇਕ ਬੇਅੰਤ ਪਿਆਰੇ ਜਨ ਭਗਤ ਜਨ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਨਾਨਕ ਨਾਹੇ ਸਮਾਰ। ਉਹਨਾਂ ਦੀ ਕੋਈ ਸਮਾਰ, ਕੋਈ ਗਿਣਤੀ ਨਹੀਂ ਹੋ ਸਕਦੀ ਕਿ ਕਿੰਨੇ ਕੁ ਪਰਮੇਸ਼ਰ ਦੇ ਨਾਮ ਨੂੰ ਜਪ ਰਹੇ ਹਨ। ਬੇਅੰਤ ਹੀ ਭਗਤ ਜਨ ਪਰਮੇਸ਼ਰ ਦਾ ਨਾਮ ਜਪ ਰਹੇ ਹਨ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਖੱਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹੇ। ਖੱਖੇ ਅੱਖਰ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਗੁਰਮੁਖਾਂ ਨੂੰ ਉਸ ਸਰਬ ਕਲਾ ਸਮਰੱਥ ਦੇ ਪਾਸੋਂ ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਹੋਣੀਆਂ ਹਨ। ਖੱਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹੇ, ਕਿ ਕੁਝ ਵੀ ਪਦਾਰਥ ਦੀ ਖੂਨਾ ਹੁੰਦਾ ਹੈ, ਖੀਨਤਾਈ ਊਣਤਾਈ ਨਹੀਂ ਹੈ, ਭਾਵ ਕਮਜ਼ੋਰੀ ਨਹੀਂ। ਖੱਖੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਗੁਰਮੁਖਾਂ ਨੂੰ ਉਸ ਸਰਬ ਕਲਾ ਸਮਰੱਥ ਪਰਮੇਸ਼ਰ ਦੇ ਪਾਸੋਂ ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਹੋਣੀਆਂ ਹਨ। ਕੁਝ ਵੀ ਪਦਾਰਥ ਦੀ ਊਣਤਾਈ ਨਹੀਂ ਹੈ, ਭਾਵ ਕੋਈ ਕਮਜ਼ੋਰੀ ਨਹੀਂ। ਜਦੋਂ ਪਰਮੇਸ਼ਰ ਦੇ ਦਿੰਦਾ ਹੈ ਉਦੋਂ ਕੋਈ ਵੀ ਘਾਟ ਨਹੀਂ ਰਹਿੰਦੀ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦਿਆਂ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਉਸ ਪਰਮੇਸ਼ਰ ਦੇ ਬੇਅੰਤ ਨਾਮ ਰੂਪੀ ਖਜ਼ਾਨੇ ਭਰੇ ਹਨ। ਬ੍ਰਹਮ ਗਿਆਨੀਆਂ ਨੂੰ ਜਦੋਂ ਅਕਾਲ ਪੁਰਖ ਵਾਹਿਗੁਰੂ ਨਾਮ ਦੀਆਂ ਦਾਤਾਂ ਦਿੰਦੇ ਹਨ ਤਾਂ ਫਿਰ ਉਹਨਾਂ 'ਚ ਕੋਈ ਕਮਜ਼ੋਰੀ ਨਹੀਂ ਰਹਿੰਦੀ, ਕੋਈ ਊਣਤਾਈ ਨਹੀਂ ਰਹਿੰਦੀ। ਨਾਮ ਜਪ ਕੇ ਉਹ ਨਾਮ ਦੇ ਖਜ਼ਾਨੇ ਭਰ ਲੈਂਦੇ ਹਨ। ਜੋ ਦੇਣਾ ਸੋ ਦੇ ਰਹਿਓ ਭਾਵੈ ਤਹਿ ਤੈ ਜਾਹੇ, ਕਿ ਉਸ ਹਰੀ ਵਾਹਿਗੁਰੂ ਨੇ ਜੋ ਕਿਸੇ ਨੂੰ ਪ੍ਰੇਮਾ ਭਗਤੀ ਆਨੰਦ ਆਦਿਕ ਪਦਾਰਥ ਦੇਣਾ ਹੈ ਉਹ ਦੇ ਰਹਿਓ, ਦੇ ਰਿਹਾ ਹੈ। ਚਾਹੇ ਉਹ ਦੇਸਾਂ ਵਿੱਚ, ਚਾਹੇ ਉਹ ਪ੍ਰਦੇਸਾਂ ਵਿੱਚ ਚਲਿਆ ਜਾਏ, ਜਿਸ ਨੂੰ ਪਰਮੇਸ਼ਰ ਨੇ ਦੇਣਾ ਹੈ ਕਿ ਜੋ ਜੋ ਬਖਸ਼ਿਸ਼ਾਂ ਦੇਣੀਆਂ ਹਨ ਉਹ ਉਹਨਾਂ ਨੂੰ ਦੇ ਰਿਹਾ ਹੈ। ਜੋ ਪਰਮੇਸ਼ਰ ਦੇ ਭਗਤ ਜਨ ਹਨ, ਨਾਮ ਜਪਣ ਵਾਲੇ ਹਨ, ਕਿ ਉਹ ਹਰੀ ਵਾਹਿਗੁਰੂ ਨੇ ਜੋ ਕੁਝ ਉਹਨਾਂ ਨੂੰ ਪ੍ਰੇਮਾ ਭਗਤੀ ਆਨੰਦ ਆਦਿਕ ਪਦਾਰਥ ਦੇਣਾ ਹੈ ਉਹ ਦੇ ਰਿਹਾ ਹੈ ਪਰਮੇਸ਼ਰ। ਭਾਵੇਂ ਉਹ ਦੇਸਾਂ ਵਿੱਚ ਜਾਏ, ਭਾਵੇਂ ਉਹ ਪ੍ਰਦੇਸਾਂ ਵਿੱਚ ਜਾ ਕੇ ਚਾਹੇ ਤੇ ਚਲਿਆ ਜਾਵੇ, ਜੋ ਜੋ ਬਖਸ਼ਿਸ਼ਾਂ ਪਰਮੇਸ਼ਰ ਨੇ ਦੇਣੀਆਂ ਹਨ ਉਹ ਦੇਸਾਂ ਪ੍ਰਦੇਸਾਂ ਦੇ ਵਿੱਚ ਵੀ ਦੇ ਰਿਹਾ ਹੈ। ਖਰਚ ਖਜ਼ਾਨਾ ਨਾਮ ਧਨ ਯਾ ਭਗਤਨ ਕੀ ਰਾਸ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਗਤ ਜਨ ਨਾਮ ਧਨ ਰੂਪੀ ਖਜ਼ਾਨੇ ਨੂੰ, ਭੰਡਾਰੇ ਨੂੰ ਜਾਪਣ ਜਪਾਉਣ ਰੂਪੀ ਖਰਚਦੇ ਹਨ। ਖਰਚ ਖਜ਼ਾਨਾ ਨਾਮ ਧਨ ਯਾ ਭਗਤਨ ਕੀ ਰਾਸ, ਕਿ ਭਗਤ ਜਨ ਨਾਮ ਧਨ ਰੂਪੀ ਖਜ਼ਾਨੇ ਨੂੰ ਜਾਪਣ ਜਪਾਉਣ ਰੂਪੀ ਖਰਚਦੇ ਹਨ। ਕਿਉਂਕਿ ਯਾ ਭਗਤਨ ਕੀ ਰਾਸ, ਕਿਉਂਕਿ ਇਹੀ ਭਗਤਾਂ ਦੀ ਰਾਸ ਪੂੰਜੀ ਹੈ। ਜੋ ਪਰਮੇਸ਼ਰ ਦਾ ਨਾਮ ਹੈ ਉਹੀ ਉਹਨਾਂ ਦੀ ਪੂੰਜੀ ਹੈ, ਉਹੀ ਉਹਨਾਂ ਦੀ ਜੋ ਨਾਮ ਦੀ ਪੂੰਜੀ ਹੈ। ਉਸ ਨਾਮ ਨੂੰ ਭਗਤ ਜਨ ਆਪ ਜਪਦੇ ਹਨ ਤੇ ਹੋਰਨਾਂ ਨੂੰ ਜਪਾਉਂਦੇ ਹਨ। ਖਿਮਾ ਗਰੀਬੀ ਆਨੰਦ ਸਹਿਜ ਜਾਪਤ ਰਹੇ ਗੁਣਤਾਸ। ਖਿਮਾ ਤੇ ਗਰੀਬੀ ਭਾਵ ਨਿਮਰਤਾ ਨੂੰ ਧਾਰ ਕੇ ਸੁਭਾਵਕ ਹੀ ਸੁਖ ਸਹਿਜ ਗਿਆਨ ਸਰੂਪ ਤੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਰਹਿੰਦੇ ਹਨ। ਜੋ
ਭਗਤ ਜਨ ਹਨ ਨਾਮ ਰੂਪੀ ਖਜ਼ਾਨੇ ਨੂੰ ਆਪ ਜਪਦੇ ਹਨ, ਆਪ ਜਪਾਉਂਦੇ ਹਨ, ਖਰਚਦੇ ਹਨ, ਕਿਉਂਕਿ ਇਹੀ ਭਗਤਾਂ ਦੀ ਪੂੰਜੀ ਹੈ। ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੇ ਗੁਣਤਾਸ, ਖਿਮਾ ਤੇ ਗਰੀਬੀ ਭਾਵ ਨਿਮਰਤਾ ਨੂੰ ਧਾਰ ਕੇ ਸੁਭਾਵਕ ਹੀ ਸੁਖ ਸਹਿਜ ਗਿਆਨ ਸਰੂਪ ਦੇ ਖਜ਼ਾਨੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਰਹਿੰਦੇ ਹਨ। ਖਿਲ ਹੈ ਵਿਗਸੇ ਆਨੰਦ ਸਿਉ ਜਾਂ ਕੋ ਹੋਤ ਕਿਰਪਾਲ, ਖੇਲੇ ਬਿਗਸੇ ਆਨੰਦ ਸਿਉ ਜਾਂ ਕੋ ਹੋਤ ਕਿਰਪਾਲ। ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹਨਾਂ ਦੇ ਚਿੱਤ ਸੁਖ ਸਰੂਪ ਦੇ ਨਾਲ ਪ੍ਰੇਮ ਦੀ ਖੇਡ ਵਿੱਚ ਖਿੜਦੇ ਹਨ। ਜਾਂ ਕੋ ਹੋਤ ਕਿਰਪਾਲ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾਲੂ ਹੁੰਦੇ ਹਨ, ਉਹਨਾਂ ਦੇ ਚਿੱਤ ਸੁਖ ਸਰੂਪ ਦੇ ਨਾਲ ਪ੍ਰੇਮ ਦੀ ਖੇਡ ਖੇਡਦੇ ਹਨ, ਕਿਉਂਕਿ ਜਿਨ੍ਹਾਂ ਤੇ ਵਾਹਿਗੁਰੂ ਕਿਰਪਾਲੂ ਹੁੰਦਾ ਹੈ। ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾਲੂ ਦਇਆ ਵਾਲਾ ਹੁੰਦਾ ਹੈ, ਉਹ ਮਹਾਤਮਾ ਜਨ ਆਤਮ ਆਨੰਦ ਦੇ ਸਹਿਤ ਹੋਏ ਪਰਮੇਸ਼ਰ ਦੇ ਜਸ ਵਿੱਚ ਖੇਡਦੇ ਹਨ ਅਤੇ ਸ਼ੁਭ ਗੁਣਾਂ ਦੇ ਪ੍ਰਫੁੱਲਤ ਹੁੰਦੇ ਹਨ। ਸਦੀਵ ਗਨੀਵ ਸੁਹਾਵਣੇ ਰਾਮ ਨਾਮ ਗ੍ਰਹਿਵਾਲ, ਉਹ ਪੁਰਖ ਸਦੀਵ ਸਦਾ ਹੀ ਗਨੀਵ ਧਨੀ ਸੁਹਾਵਨੇ ਸੋਭਨੀਕ ਹਨ। ਜਿਹੜੇ ਭਗਤ ਜਨ ਨਾਮ ਰੂਪੀ ਖਜ਼ਾਨੇ ਨੂੰ ਇਕੱਠਾ ਕਰਦੇ ਹਨ, ਨਾਮ ਜਪਦੇ ਹਨ, ਉਹ ਪੁਰਸ਼ ਸਦਾ ਹੀ ਧਨੀ ਨਾਮ ਦੇ ਧਨੀ ਹੁੰਦੇ ਹਨ ਤੇ ਸੋਭਨੀਕ ਹੁੰਦੇ ਹਨ। ਜਿਨ੍ਹਾਂ ਦੇ ਮਨ ਰੂਪੀ ਗ੍ਰਹਿ ਹੁੰਦਾ ਹੈ, ਘਰ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਮਾਲ, ਨਾਮ ਰੂਪੀ ਧਨ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਮਾਲ ਹੈ, ਭਾਵ ਉਹਨਾਂ ਕੋਲ ਸ਼ਰਾਵਣ ਮੰਨਣ ਰੂਪੀ ਘੋੜੇ, ਨਦਿਆਸਨ ਰੂਪੀ ਹਾਥੀ ਤੇ ਲਿਵ ਲਾਉਣ ਰੂਪੀ ਸੁਖਦਾਇਕ ਪਾਲਕੀਆਂ ਹਨ। ਜੈਸਾ ਕਿ ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ ਜਿਨ੍ਹਾਂ ਦੀ ਪਰਮੇਸ਼ਰ ਦੇ ਨਾਮ ਨਾਲ ਪ੍ਰੀਤ ਲੱਗੀ ਹੈ ਕਿ ਉਹਨਾਂ ਕੋਲ ਸਭ ਕੁਝ ਹੀ ਹੁੰਦਾ ਹੈ। ਖੇਦ ਨਾ ਦੁਖ ਨਾ ਡਾਨ ਤੇ ਜਾਂ ਕੋ ਨਦਰ ਕਰੀ, ਖੇਦ ਨਾ ਦੁਖ ਨਾ ਡਾਨ ਤੇ ਜਾਂ ਕੋ ਨਦਰ ਕਰੀ, ਜਾਂ ਕੋ ਜਿਨ੍ਹਾਂ ਉੱਤੇ ਵਾਹਿਗੁਰੂ ਨੇ ਕਿਰਪਾ ਦੀ ਨਾਦਰ, ਕਿਰਪਾ ਦੀ ਦ੍ਰਿਸ਼ਟੀ ਕਰਨਾ ਕੀਤੀ ਹੈ, ਉਹਨਾਂ ਨੂੰ ਨਾ ਕੋਈ ਸਰੀਰਕ ਦੁੱਖ, ਨਾ ਪਰਲੋਕ ਦਾ ਖੇਦ ਕਸ਼ਟ ਅਤੇ ਨਾ ਹੀ ਜਮਾਂ ਦਾ ਡੰਨ ਲੱਗਦਾ ਹੈ। ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ। ਸਤਿਗੁਰੂ ਜੀ ਪ੍ਰਵਾਨ ਕਰਦੇ ਹਨ, ਜੋ ਪ੍ਰਭ ਭਾਣਿਆ, ਜੋ ਜਿਹੜੇ ਪ੍ਰਭੂ ਹਰੀ ਵਾਹਿਗੁਰੂ ਨੂੰ ਭਾਣਿਆ ਭਾ ਜਾਂਦੇ ਹਨ, ਚੰਗੇ ਲੱਗਦੇ ਹਨ। ਪੂਰੀ ਤਿੰਨਾ ਪਰੀ, ਉਹਨਾਂ ਦੀ ਭਗਤੀ ਪੂਰਨ ਹੋ ਗਈ ਹੈ। ਨਾਨਕ ਜੋ ਪ੍ਰਭ ਭਾਣਿਆ, ਸਤਿਗੁਰੂ ਜੀ ਕਥਨ ਕਰਦੇ ਹਨ, ਜਿਹੜੇ ਪ੍ਰਭੂ ਹਰੀ ਵਾਹਿਗੁਰੂ ਨੂੰ ਭਾਣਿਆ ਭਾ ਜਾਂਦੇ ਹਨ, ਚੰਗੇ ਲੱਗਦੇ ਹਨ, ਉਹਨਾਂ ਦੀ ਭਗਤੀ ਪੂਰਨ ਹੋ ਗਈ ਹੈ। ਉਹ ਪੂਰਨ ਹਰੀ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਨ, ਇੱਕ ਮਿਕ ਹੋ ਗਏ ਹਨ। ਜਿਹੜੇ ਹਰੀ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਭਾ ਜਾਂਦੇ ਹਨ, ਉਹਨਾਂ ਦੀ ਭਗਤੀ ਪੂਰਨ ਹੋ ਗਈ ਹੈ। ਉਹ ਪੂਰਨ ਹਰੀ ਪਰਮੇਸ਼ਰ ਵਿੱਚ ਇੱਕ ਮਿਕ ਹੋ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਅਗਲੇ ਸ਼ਲੋਕ ਦੇ ਅੰਦਰ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਸਲੋਕ ਗਿਨ ਮਿਨ ਦੇਖੋ ਮਨੈ ਮਾਹੇ, ਸਰ ਪਰ ਚੱਲਨੋ ਲੋਗ, ਆਸ ਅਨਿਤ ਗੁਰਮੁਖ ਮਿਟੈ, ਨਾਨਕ ਨਾਮ ਅਰੋਗ। ਗਾਨ ਮਿਨ ਦੇਖੋ ਮਨੈ ਮਾਹੇ, ਸਰ ਪਰ ਚੱਲਨੋ ਲੋਗ, ਆਸ ਅਨਿਤ ਗੁਰਮੁਖ ਮਿਟੈ,
नानक नाम अरोग। पौड़ी। गग्गा गोविंद गुण रवो, सास सास जप नीत। कहाँ बसासा दे का, बिलम न करियो मीत। नह बारक नह जोबन, नह बिरदी कस बंद। ओह वेरा ना बूझिए, जो आए पर जम फंद। ज्ञानी ध्यानी चतर पेख, रहन नहीं एह ठाए। छाड़ छाड़ सगली गई, मूढ़ तहाँ लपटाए। गुर प्रसाद सिमरत रहे, जाहूँ मस्तक भाग। नानक आए सफल ते, जाको पिरहे सुहाग। महाराज जी गुरु अर्जन देव जी शहीदां दे सरताज बाणी दे वोहित बाणी द्वारा सिख संगतां नूं उपदेश बख्शिश कर रहे हैं। बड़े ही विस्तार दे नाल गुरु जी उपदेश बख्शिश कर रहे हैं। श्लोक दे अंदर 254 अंग ते गान मिन देखो मनै माहे। महाराज जी कहन लगे, हे भाई अपने मनै मन माहे विच गण गिणती मिणती करके वेख लवो। सर पर चलणों लोग कि यह लोक भाव संसार ने सर पर हुंदा जरूर ही चलनों चलने वाला है, नाश हो जाना है इसने। गन मिन देखो मनै माहे, सर पर चलनों लोग। गुरु अर्जन देव जी समझा रहे हैं कि हे भाई अपने मन दे विच गिणती मिणती करके देख लवो। इस लोक भाव इस संसार ने जरूर ही चले जाना है, नाश हो जाना है। साहां नूं अंगां नाल गिण के देख लो, शास्त्र ज्ञान रूपी गल्लां नाल उमर ताईं मिण के देख लो। भाव मन दे विच वेद शास्त्र दे उपदेश रूप अखरां नाल मिण के गिण के विचार के देख लवो। लोक भाव संसार ने जरूर ही चले जाना है, भाव नाश हो जाना है। आस अनित गुरमुख मिटै, नानक नाम अरोग। सतगुरु जी गुरु अर्जन देव जी समझा रहे हैं कि जिन्हां गुरमुखां दी अनित मिथ्या भाव ना रहन वाले पदार्थ की आशा मिट गई है। आस अनित गुरमुख मिटै। सतगुरु जी कथन करते हैं जिन्हां गुरमुखां दी मिथ्या भाव ना रहन वाले पदार्थां की आशा मिट गई है, ओह गुरां द्वारा नाम नूं जप के अज्ञान रूपी अरोग तो रहत हो गए हैं। जिहड़ा अनित ना रहन वाले पदार्थां की आशा नहीं करता, उस दी नाम दे जपने करके आशा मिट जाती है ते अरोगी हो जाता है, रोग तो रहत हो जाता है। आस अनित गुरमुख मिटै, नानक नाम अरोग। सतगुरु जी समझा रहे हैं कि जिन्हां गुरमुखां दी मिथ्या भाव ना रहन वाले पदार्थां की आशा मिट गई है, ओह गुरां द्वारा नाम नूं जप के अज्ञान रूपी रोग तो रहत हो गए हैं। जिहड़ा ना रहन वाले पदार्थां की आशा नहीं करता, उस दी नाम दे जपने करके आशा मिट जाती है ते अरोगी हो जाता है, रोग तो रहत हो जाता है। पौड़ी दे अंदर महाराज जी अगे समझा रहे हैं, गग्गा गोविंद गुण रवो, सास सास जप नीत। गुरु अर्जन देव महाराज जी गग्गे अखर द्वारा कथन करते हैं कि गोविंद, गो धरती, बिंद धरती की रख्या करन वाला, पृथ्वी की रख्या करन वाले परमेश्वर दे गुण रवो, गुणां नूं उचारना करो।
ਅਤੇ ਸਾਸ ਸਾਸ ਜਪ ਨੀਤ, ਅਤੇ ਸਵਾਸ ਸਵਾਸ ਨਿੱਤਾ ਪ੍ਰਤੀ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ। ਗੱਗੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਗੋਬਿੰਦ, ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨਾ ਕਰੋ, ਅਤੇ ਸਾਸ ਸਾਸ ਜਪ ਨੀਤ, ਸਵਾਸ ਸਵਾਸ ਨਿੱਤਾ ਪ੍ਰਤੀ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਜਦ ਵੀ ਸਵਾਸ ਅੰਦਰ ਜਾਂਦਾ ਹੈ ਬਾਹਰ ਆਉਂਦਾ ਹੈ, ਵਾਹਿਗੁਰੂ ਵਾਹਿਗੁਰੂ ਉਚਾਰਨਾ ਕਰੋ। ਕਹਾਂ ਵਿਸਾਸਾ ਦੇ ਕਾ, ਇਸ ਦੇਹੀ ਦਾ ਇਸ ਸਰੀਰ ਦਾ ਕੀ ਵਿਸਾਹ ਹੈ, ਕੀ ਭਰੋਸਾ ਹੈ। ਇਸ ਕਰਕੇ ਬਿਲਮ ਨਾ ਕਰਿਓ ਮੀਤ, ਇਸ ਕਰਕੇ ਹੇ ਮੀਤ ਮਿੱਤਰੋ, ਨਾਮ ਜਪਣ ਦੇ ਵਿੱਚ ਬਿਲਮ ਦੇਰੀ ਨਾ ਕਰਨਾ ਕਰੋ। ਕਿ ਕਹਾਂ ਵਿਸਾਸਾ ਦੇ ਕਾ ਬਿਲਮ ਨਾ ਕਰਿਓ ਮੀਤ, ਇਸ ਦੇਹੀ ਦਾ ਇਸ ਸਰੀਰ ਦਾ ਕੀ ਵਿਸਾਸਾ ਹੈ, ਕੀ ਭਰੋਸਾ ਹੈ। ਇਸ ਕਰਕੇ ਬਿਲਮ ਨਾ ਕਰਿਓ ਮੀਤ, ਹੇ ਮੀਤ ਮਿੱਤਰੋ, ਨਾਮ ਜਪਣ ਦੇ ਵਿੱਚ ਦੇਰੀ ਨਾ ਕਰਨਾ ਕਰੋ। ਜੈਸਾ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਮਹਾਰਾਜ ਜੀ ਦੀ ਬਾਣੀ 540 ਅੰਗ ਤੇ ਹੈ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ, ਕਿ ਹਰੀ ਪਰਮੇਸ਼ਰ ਦਾ ਨਾਮ ਜਪਦਿਆਂ ਇੱਕ ਛਿਨ ਮਾਤਰ ਵੀ ਢਿੱਲ ਨਹੀਂ ਕਰਨੀ ਚਾਹੀਦੀ ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ, ਕਿ ਉਸ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਮਤ ਕੇ ਜਾਪੈ, ਕੀ ਪਤਾ ਸਾਹੋ ਆਵੈ ਕਿ ਨਾ ਆਵੈ ਰਾਮ, ਜਿਹੜਾ ਅਗਲਾ ਸਵਾਸ ਆਉਣਾ ਹੈ ਉਹ ਕੀ ਪਤਾ ਆਵੇ ਜਾਂ ਨਾ ਆਵੇ। ਜਿਹੜੇ ਸਵਾਸ ਚੱਲ ਰਹੇ ਹਨ ਉਸ ਸਵਾਸ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਣਾ ਕਰ, ਕਿ ਨਾਮ ਦੇ ਨਾਲ ਹੀ ਆਧਾਰ ਹੋਣਾ ਹੈ। ਤੇ ਇੱਥੇ ਕੋਈ ਪਤਾ ਨਹੀਂ ਕਿਸ ਦੀ ਵਾਰੀ ਆ ਜਾਏ, ਕਿਸ ਤੇ ਸਮਾਂ ਆ ਜਾਏ। ਨਹਿ ਬਾਰਕ ਨਹਿ ਜੋਵਨੈ ਨਹਿ ਵਿਰਧੀ ਕਸ ਬੰਦ, ਕਿ ਨਾ ਹੀ ਬਾਰਕ ਬਚਪਨ, ਨਾ ਹੀ ਜੋਵਨੈ ਜਵਾਨੀ, ਨਾ ਹੀ ਬਿਰਧੀ ਬੁਢੇਪਾ, ਆਦਿਕ ਦਾ ਕੁਝ ਵੀ ਬੰਦ ਨਿਯਮ ਹੈ ਕਿ ਕਦੋਂ ਮਰਾਂਗੇ ਇਹ ਕਿਸੇ ਦਾ ਕੋਈ ਪਤਾ ਨਹੀਂ। ਹਰ ਇੱਕ ਉਮਰ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਕਰ, ਕਿ ਇਸ ਸਵਾਸਾਂ ਦਾ ਕੋਈ ਪਤਾ ਨਹੀਂ ਆਉਣਾ ਜਾਂ ਨਾ ਆਉਣਾ। ਇਸ ਉਮਰ ਦਾ ਕੋਈ ਪਤਾ ਨਹੀਂ ਕਿਹੜੀ ਉਮਰ ਦੇ ਵਿੱਚ ਅਚਿੰਤੇ ਬਾਜ ਭਏ ਆ ਕੇ ਬਾਜ ਪੈ ਜਾਣ। ਨਹਿ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਸ ਬੰਦ, ਨਾ ਹੀ ਬਾਰਕ ਬਚਪਨ, ਨਾ ਹੀ ਜੋਬਨੈ ਜਵਾਨੀ, ਨਾ ਹੀ ਬਿਰਧੀ ਬੁਢੇਪੇ ਆਦਿਕ ਦਾ ਕੁਝ ਨਿਯਮ ਹੈ ਕਿ ਕਦੋਂ ਮਰਾਂਗੇ। ਉਹ ਵੇਰਾ ਨਾ ਬੂਝੀਐ ਜੋ ਆਏ ਪਰੈ ਜਮ ਫੰਦ, ਉਸ ਵੇਲੇ ਨੂੰ ਕੋਈ ਸਮਝ ਨਹੀਂ ਸਕਦਾ। ਜੋ ਆਏ ਪਰੈ ਜਮ ਫੰਦ, ਜਿਸ ਵੇਲੇ ਜਮਕਾਲ ਦੇ ਫੰਦ ਫਾਹੇ ਨੇ ਆ ਕੇ ਪੈਣਾ ਹੈ। ਜੇ ਕੋਈ ਕਹੇ ਕਿ ਗਿਆਨੀ ਧਿਆਨੀ ਬਚਦਾ ਹੋਵੇਗਾ, ਨਹੀਂ, ਮਹਾਰਾਜ ਜੀ ਕਹਿਣ ਲੱਗੇ ਗਿਆਨੀ ਧਿਆਨੀ ਚਾਤਰ ਪੇਖ ਰਹਿਣ ਨਹੀਂ ਇਹ ਠਾਏ। ਜੋ ਕੋਈ ਦੁਨਿਆਵੀ ਗਿਆਨੀ ਗਿਆਨਵਾਨ ਯੋਗ ਸ਼ਾਸਤਰ ਅਨੁਸਾਰ ਸਰੀਰ ਦਾ ਗਿਆਨ ਰੱਖਣ ਵਾਲਾ, ਦਸਮ ਦੁਆਰ ਵਿੱਚ ਸਵਾਸ ਚੜ੍ਹਾ ਕੇ ਧਿਆਨ ਟਿਕਾਉਣ ਵਾਲਾ ਤੇ ਚਾਤਰ ਸਿਆਣਾ ਪੇਖੀਂਦਾ ਹੈ, ਰਹਿਣ ਨਹੀਂ ਇਹ ਠਾਏ। ਇਹ ਸੰਸਾਰ ਰੂਪੀ ਠਾਏ ਥਾਂ ਵਿੱਚ ਕਿਸੇ ਨੇ ਵੀ ਰਹਿਣਾ ਨਹੀਂ, ਇਹ ਮੁਸਾਫਰਖਾਨਾ ਹੈ। ਗਿਆਨੀ ਧਿਆਨੀ ਚਾਤਰ ਪੇਖ ਰਹਿਣ ਨਹੀਂ ਇਹ ਠਾਏ, ਕਿ ਜੇ ਕੋਈ ਕਹੇ ਕਿ ਗਿਆਨੀ ਧਿਆਨੀ ਬਚਦਾ ਹੋਵੇਗਾ ਇਸ ਕਾਲ ਤੋਂ, ਮਹਾਰਾਜ ਜੀ ਬਾਣੀ ਦੀਆਂ ਪੰਕਤੀਆਂ ਵਿੱਚ ਸਮਝਾ ਰਹੇ ਹਨ,
ਗਿਆਨੀ ਧਿਆਨੀ ਚਾਤਰ ਭੇਖ, ਰਹਿਣ ਨਹੀਂ ਇਹ ਠਾਏ। ਜੋ ਕੋਈ ਦੁਨਿਆਵੀ ਗਿਆਨੀ ਗਿਆਨਵਾਨ ਹੋਵੇਗਾ, ਯੋਗ ਸ਼ਾਸਤਰ ਅਨੁਸਾਰ ਸਰੀਰ ਦਾ ਗਿਆਨ ਰੱਖਣ ਵਾਲਾ ਹੋਵੇਗਾ, ਦਸਮ ਦੁਆਰ ਵਿੱਚ ਸਵਾਸ ਚੜ੍ਹਾ ਕੇ ਧਿਆਨ ਟਿਕਾਉਣ ਵਾਲਾ ਹੋਵੇਗਾ, ਤੇ ਚਾਤਰ ਸਿਆਣਾ ਪੇਖੀਂਦਾ ਹੋਵੇਗਾ, ਰਹਿਣ ਨਹੀਂ ਇਹ ਠਾਏ। ਇਸ ਸੰਸਾਰ ਰੂਪੀ ਥਾਂ ਵਿੱਚ ਕਿਸੇ ਨੇ ਨਹੀਂ ਰਹਿਣਾ, ਇਹ ਮੁਸਾਫਰਖਾਨਾ ਹੈ। ਜੈਸੇ ਸਟੇਸ਼ਨ 'ਤੇ ਸਵਾਰੀਆਂ ਆਈ ਜਾਂਦੀਆਂ, ਅੱਗੇ ਜਾਈ ਜਾਂਦੀਆਂ, ਇਸੇ ਲੋੜ ਸੰਸਾਰ ਦੇ ਵਿੱਚ ਨਵੇਂ ਆਈ ਜਾਂਦੇ ਹਨ, ਪੁਰਾਣੇ ਚਲੇ ਜਾਂਦੇ ਹਨ। ਕੋਈ ਪਤਾ ਨਹੀਂ ਕਿਹੜੀ ਉਮਰ ਦੇ ਵਿੱਚ ਕਦੋਂ ਜਾਣਾ ਪਵੇਗਾ, ਪਰ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਛਾੜ ਛਾੜ ਸਗਲੀ ਗਈ, ਮੂੜ ਤਹਾਂ ਲਪਟਾਏ। ਸਗਲੀ ਸਾਰੀ ਸ੍ਰਿਸ਼ਟੀ ਪਦਾਰਥਾਂ ਨੂੰ ਛੱਡ ਛੱਡ ਕੇ ਚਲੀ ਗਈ ਹੈ। ਮੂੜ ਤਹਾਂ ਲਪਟਾਏ, ਪਰ ਇਹ ਮੂੜ ਮੂਰਖ ਜੀਵ ਫੇਰ ਵੀ ਉਹਨਾਂ ਵਿੱਚ ਲਪਟਾਏ ਲੰਪਟ ਭਾਵ ਫਸ ਰਿਹਾ ਹੈ। ਛਾੜ ਛਾੜ ਸਗਲੀ ਗਈ, ਸਗਲੀ ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਪਦਾਰਥਾਂ ਨੂੰ ਛੱਡ ਛੱਡ ਕੇ ਚਲੀ ਗਈ ਹੈ। ਮੂੜ ਤਹਾਂ ਲਪਟਾਏ, ਪਰ ਇਹ ਮੂੜ ਮੂਰਖ ਜੀਵ ਫੇਰ ਵੀ ਉਹਨਾਂ ਪਦਾਰਥਾਂ ਦੇ ਵਿੱਚ ਲੰਪਟ ਹੋ ਰਿਹਾ ਹੈ, ਪਦਾਰਥਾਂ ਦੇ ਵਿੱਚ ਹੀ ਫਸ ਰਿਹਾ ਹੈ। ਪਰਮੇਸ਼ਰ ਦੇ ਨਾਮ ਨੂੰ ਭੁਲਾਈ ਬੈਠਾ ਹੈ। ਗੁਰ ਪ੍ਰਸਾਦ ਸਿਮਰਤ ਰਹਿ, ਜਾਹੂ ਮਸਤਕ ਭਾਗ। ਉਹ ਜੀਵ ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਨਾਲ ਸਿਮਰਨ ਕਰਦਾ ਹੈ, ਸਿਮਰਨ ਕਰਦਾ ਰਹਿੰਦਾ ਹੈ। ਜਾਹੂ ਮਸਤਕ ਭਾਗ, ਜਾਹੂ ਜਿਸ ਦੇ ਮਸਤਕ ਮੱਥੇ ਦੇ ਚੰਗੇ ਭਾਗ ਚੰਗੇ ਕਰਮ ਹਨ। ਗੁਰ ਪ੍ਰਸਾਦ ਸਿਮਰਤ ਰਹਿ, ਜਾਹੂ ਮਸਤਕ ਭਾਗ। ਉਹ ਜੀਵ ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਨਾਲ ਸਿਮਰਨ ਕਰਦਾ ਰਹਿੰਦਾ ਹੈ ਕਿ ਉਸ ਪਰਮੇਸ਼ਰ ਦੀ ਸਿਮਤ ਸਲਾਹ ਕਰਦਾ ਰਹਿੰਦਾ ਹੈ। ਜਾਹੂ ਮਸਤਕ ਭਾਗ, ਜਾਹੂ ਜਿਸ ਦੇ ਮਸਤਕ ਮੱਥੇ ਦੇ ਚੰਗੇ ਭਾਗ ਚੰਗੇ ਕਰਮ ਹਨ। ਨਾਨਕ ਆਏ ਸਫਲ ਤੇ, ਜਾਂ ਕੋ ਪਿਰਹੇ ਸੁਹਾਗ। ਨਾਨਕ ਆਏ ਸਫਲ ਤੇ, ਜਾਂ ਕੋ ਪਿਰਹੇ ਸੁਹਾਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਮਨੁੱਖਾ ਜਨਮ ਵਿੱਚ ਆਏ ਸਫਲ ਸਹਿਤ ਗਿਆਨ ਫਲਦੇ ਹਨ। ਜਾਂ ਕੋ ਪਿਰਹੇ ਸੁਹਾਗ, ਜਾਂ ਕੋ ਜਿਨ੍ਹਾਂ ਨੂੰ ਪਿਆਰੇ ਪਰਮੇਸ਼ਰ ਦਾ ਸੁਹਾਗ, ਪਿਆਰੇ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਇਆ ਹੈ, ਉਹ ਮਨੁੱਖਾ ਜਨਮ ਵਿੱਚ ਆਏ ਹੋਏ ਸਹਿਤ ਗਿਆਨ ਦੇ ਸਹਿਤ ਫਲਦੇ ਹਨ, ਜਿਨ੍ਹਾਂ ਨੂੰ ਪਿਆਰੇ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਇਆ ਹੈ, ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਹਨ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਅਗਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ। ਸਲੋਕ ਘੋਖੇ ਸ਼ਾਸਤਰ ਵੇਦ ਸਭ, ਆਨ ਨ ਕਥ ਤੋ ਕੋਏ। ਮਹਾਰਾਜ ਜੀ ਕਹਿਣ ਲੱਗੇ, 6 ਸ਼ਾਸਤਰ 4 ਵੇਦ ਸਾਰੇ ਖੋਜੇ ਭਾਵ ਵਿਚਾਰੇ ਹਨ, ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਕਥਨ ਨਹੀਂ ਕਰਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਘੋਖੇ ਸ਼ਾਸਤਰ ਵੇਦ ਸਭ, ਆਨ ਨ ਕਥ ਤੋ ਕੋਏ। ਕਿ 6 ਸ਼ਾਸਤਰ 4 ਵੇਦ ਸਾਰੇ ਖੋਜੇ ਭਾਵ ਵਿਚਾਰੇ, ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਕਥਨ ਨਹੀਂ ਕਰਦੇ, ਉਸੇ ਪਰਮੇਸ਼ਰ ਨੂੰ ਹੀ ਯਾਦ ਕਰਦੇ ਹਾਂ। ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਇੱਕ ਪਰਮਾਤਮਾ ਹੀ ਹੈ। ਜਦੋਂ ਜਗਤ ਦੀ ਮਰਜ਼ਾਦਾ ਕਾਇਮ ਨਹੀਂ ਸੀ ਕੀਤੀ, ਉਦੋਂ ਵੀ ਉਹ ਪਰਮੇਸ਼ਰ ਸੀ। ਜਦੋਂ ਯੁੱਗ ਬਣਾਏ ਉਦੋਂ ਵੀ ਉਹ ਪਰਮੇਸ਼ਰ ਸੀ, ਹੁਣ ਵੀ ਉਹ ਪਰਮੇਸ਼ਰ ਵਸ ਰਿਹਾ ਹੈ, ਅੱਗੇ ਨੂੰ ਵੀ ਉਹੀ ਪਰਮੇਸ਼ਰ ਹੋਵੇਗਾ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਘੱਗਾ ਘਾਲੋ ਮਨ ਹੈ ਇਹ, ਬਿਨ ਹਰ ਦੂਸਰ ਨਾਹੇ। ਘੱਗੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਇਸ ਗੱਲ ਨੂੰ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਘਾਲਣਾ ਕਰਕੇ ਜਾਣੋ।
ਕਿ ਬਿਨ ਹਰ ਦੂਸਰ ਨਾਹੀਂ, ਕਿ ਹਰੀ ਵਾਹਿਗੁਰੂ ਤੋਂ ਬਗੈਰ ਹੋਰ ਦੂਸਰ ਦੂਜਾ ਕੋਈ ਨਹੀਂ ਹੈ। ਘੱਗੇ ਅੱਖਰ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਸ ਗੱਲ ਨੂੰ ਮਨਹੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਘਾਲਣਾ, ਨਾਮ ਦੀ ਕਮਾਈ ਕਰਕੇ ਜਾਣੋ ਕਿ ਹਰੀ ਵਾਹਿਗੁਰੂ ਤੋਂ ਬਗੈਰ ਹੋਰ ਦੂਸਰ ਨਾਹੀਂ, ਦੂਜਾ ਕੋਈ ਨਹੀਂ ਹੈ, ਉਹ ਇੱਕ ਪਰਮੇਸ਼ਰ ਹੀ ਹੈ। ਨਹਿ ਹੋਆ ਨਹਿ ਹੋਵਨਾ, ਜਤ ਕਤ ਉਹੀ ਸਮਾਹੇ। ਨਾ ਕੋਈ ਪਿੱਛੇ ਹੋਇਆ ਹੈ, ਨਾ ਕੋਈ ਹੋਵੇਗਾ। ਜਤ ਜਿੱਥੇ ਕਿਤੇ ਦੇਖੀਏ, ਉਹ ਇੱਕ ਪਰਮਾਤਮਾ ਹੀ ਸਮਾ ਰਿਹਾ ਹੈ। ਘੂਲੇ ਤੋ ਮਨ ਜੋ ਆਵਹਿ ਸਰਨਾ। ਹੇ ਮਨ, ਜੇਕਰ ਹਰੀ ਪਰਮੇਸ਼ਰ ਦੀ ਸਰਨ ਓਟ ਵਿੱਚ ਆਵੇਂਗਾ, ਜੋ ਆਵਹਿ ਸਰਨਾ, ਕਿ ਹੇ ਮਨਾ, ਜੋ ਜੇਕਰ ਹਰੀ ਪਰਮੇਸ਼ਰ ਦੀ ਸਰਨ ਓਟ ਵਿੱਚ ਆਵੇਂਗਾ, ਘੂਲੇ ਤੋ ਮਨ, ਤਦ ਹੀ ਵਿਸ਼ੇ ਵਿਕਾਰਾਂ ਵੱਲੋਂ ਘੂਲੇ ਸ਼ਾਂਤ ਹੋਵੇਗਾ, ਭਾਵ ਦੁੱਖਾਂ ਤੋਂ ਛੁਟਕਾਰਾ ਪਾਵੇਂਗਾ। ਨਾਮ ਤਤ ਕਲ ਮੈਂ ਪੁਨਹ ਚਰਨਾ। ਕਾਲ ਹੁੰਦਾ ਕਲਯੁਗ ਦੇ ਵਿੱਚ, ਨਾਮ ਹੀ ਸਾਰ ਰੂਪ, ਤਤ ਸਿਧਾਂਤ, ਪਾਪਾਂ ਦੀ ਨਿਵਰਤੀ ਵਾਸਤੇ ਪਰਾਸ ਚਿੱਤ ਹੈ। ਹਰੀ ਪਰਮੇਸ਼ਰ ਦਾ ਨਾਮ ਕਲਯੁਗ ਵਿੱਚ ਤਤ ਸਿਧਾਂਤ ਰੂਪ ਹੈ ਅਤੇ ਪੁਨਹ ਚਰਨਾ ਪਾਪਾਂ ਦੀ ਨਿਵਰਤੀ ਕਰਨ ਰੂਪ ਹੀ, ਅਤੇ ਪੁੰਨਾਂ ਨੂੰ ਵਿੱਚ ਪਰਵਿਰਤ ਰੂਪ ਵੀ ਨਾਮ ਹੀ ਹੈ, ਭਾਵ ਪਾਪਾਂ ਦੀ ਨਿਵਰਤੀ ਕਰਨ ਵਾਲੇ ਕਰਮ ਨੂੰ ਤਰਾਟਿਕ ਕਹਿੰਦੇ ਹਨ। ਪੁੰਨਾਂ ਵਿੱਚ ਪਰਵਿਰਤ ਹੋਣ ਵਾਸਤੇ ਪੁਨਹ ਚਰਨ ਕਹੀਦਾ ਹੈ। ਘਾਲ ਘਾਲ ਅਨਕ ਪਛਤਾਵੇ, ਬਿਨ ਹਰ ਭਗਤ ਕਹਾਂ ਥਿਤ ਪਾਵੇ। ਕਿ ਘਾਲ ਘਾਲ ਅਨਕ ਪਛਤਾਵੇ, ਬਿਨ ਹਰ ਭਗਤ ਕਹਾਂ ਥਿਤ ਪਾਵੇ। ਕਿ ਹੋਰਨਾ ਜਲ ਧਾਰੇ ਆਦਿਕ ਦੀ ਘਾਲ ਘਾਲਣਾ ਘਾਲ ਕੇ। ਬੇਅੰਤ ਪੁਰਖ ਪਛਤਾਉਂਦੇ ਹਨ, ਪਛਚਾਤਾਪ ਕਰਦੇ ਹਨ। ਬਿਨ ਹਰ ਭਗਤ ਕਹਾਂ ਥਿਤ ਪਾਏ। ਹਰੀ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਕਿੱਥੇ ਇਸਤਤ ਪਾਵਾਂਗੇ, ਭਾਵ ਬਾਰ-ਬਾਰ ਜੂਨਾਂ ਦੇ ਵਿੱਚ ਆਉਣਾ ਪਵੇਗਾ। ਘੋਲ ਮਹਾਰਸ ਅੰਮ੍ਰਿਤ ਤਿਹ ਪੀਆ, ਨਾਨਕ ਹਰ ਗੁਰ ਜਾਂ ਕੋ ਦੀਆ। ਘੋਲ ਮਹਾਰਸ ਅੰਮ੍ਰਿਤ ਤਿਹ ਪੀਆ, ਨਾਨਕ ਹਰ ਗੁਰ ਜਾਂ ਕੋ ਦੀਆ। ਗੁਰੂ ਦੇ ਸ਼ਬਦ ਨਾਲ ਘੋਲ ਮਿਲ ਕੇ ਵੱਡੇ ਨਾਮ ਰੂਪੀ ਰਸ ਨੂੰ ਉਹਨਾਂ ਪੁਰਖਾਂ ਨੇ ਪੀਣਾ ਕੀਤਾ ਹੈ। ਆਪਣੇ ਮਨ ਨੂੰ ਪ੍ਰੇਮ ਨਾਲ ਘੁਮਾ ਕੇ, ਭਾਵ ਵਿਚਾਰ ਕੇ ਅੰਮ੍ਰਿਤ ਰੂਪ ਮਹਾਰਸ ਬ੍ਰਹਮਾਨੰਦ ਦੇ ਆਨੰਦ ਨੂੰ ਪੀਣਾ ਕੀਤਾ ਹੈ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਦੇ ਤਾਈਂ ਪੂਰੇ ਗੁਰਾਂ ਨੇ ਪਰਮੇਸ਼ਰ ਦਾ ਨਾਮ ਦਿੱਤਾ ਹੈ, ਉਹ ਗੁਰੂ ਦੇ ਸ਼ਬਦ ਨਾਲ ਮਿਲ ਕੇ ਵੱਡੇ ਨਾਮ ਰੂਪੀ ਰਸ ਨੂੰ ਉਹਨਾਂ ਪੁਰਖਾਂ ਨੇ ਪੀਣਾ ਕੀਤਾ ਹੈ। ਕਿ ਜਿਨ੍ਹਾਂ ਦੇ ਤਾਈਂ ਪੂਰੇ ਸਤਿਗੁਰੂ ਤੇ ਗੁਰਾਂ ਨੇ ਪਰਮੇਸ਼ਰ ਦਾ ਨਾਮ ਦੇਣਾ ਕੀਤਾ ਹੈ, ਨਾਮ ਦੀ ਵਡਿਆਈ ਕੀਤੀ ਹੈ। ਪਰ ਆਖਣ ਔਖਾ ਸਾਚਾ ਨਾਉ, ਸੱਚੇ ਪਰਮੇਸ਼ਰ ਦਾ ਨਾਮ ਆਖਣਾ ਬੜਾ ਔਖਾ ਹੈ, ਪਰ ਇਸ ਦਾ ਨਾਮ ਜਪਣ ਤੋਂ ਬਾਅਦ ਸੁੱਖ ਬੜਾ ਹੁੰਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਨਾਮ ਜਪਣ ਦਾ ਉਪਦੇਸ਼ ਦੇਣਾ ਕੀਤਾ ਹੈ। ਜੁੜੀਏ ਨਾਮ ਦੇ ਨਾਲ, ਮਹਾਰਾਜ ਕਿਰਪਾ ਕਰਨ, ਨਾਮ ਦੀ ਦਾਤ ਹਿਰਦੇ ਵਿੱਚ ਵਸ ਜਾਏ ਤਾਂ ਲੋਕ ਸੁਖੀਏ ਪਰਲੋਕ ਸਹੇਲੇ।